ਵਾਹਿਗੁਰੂ। ਪਾਠ ਦੂਜਾ। ਗੁਰੂ ਜੀ ਮੱਕੇ ਗਏ। ਮੱਕਾ ਸਾਊਦੀ ਅਰਬ ਵਿੱਚ ਭਾਰਤ ਤੋਂ ਪੱਛਮ ਵੱਲ ਹੈ। ਗੁਰੂ ਜੀ ਰਾਜੇ ਕੰਵਲ ਨੈਣ ਤੋਂ ਵਿਦਾ ਹੋਏ ਤਾਂ ਮਰਦਾਨੇ ਨੇ ਕਿਹਾ, ਗੁਰੂ ਜੀ, ਮੁਸਲਮਾਨ ਮੱਕੇ ਤੇ ਮਦੀਨੇ ਦੀ ਬਹੁਤ ਤਾਰੀਫ ਕਰਦੇ ਹਨ, ਮੈਨੂੰ ਵੀ ਉੱਥੋਂ ਦੇ ਦਰਸ਼ਨ ਕਰਾਓ। ਗੁਰੂ ਜੀ ਨੇ ਕਿਹਾ, ਮੱਕਾ ਇੱਥੋਂ ਕਈ ਸਾਲਾਂ ਦਾ ਰਸਤਾ ਹੈ। ਮਰਦਾਨੇ ਨੇ ਕਿਹਾ, ਆਪ ਜੀ ਸਮਰੱਥ ਹੋ, ਇੱਕ ਖਿਣ ਵਿੱਚ ਜਾ ਸਕਦੇ ਹੋ। ਗੁਰੂ ਜੀ ਮਰਦਾਨੇ ਦੀ ਬੇਨਤੀ ਮੰਨ ਕੇ ਮਿੰਟਾਂ ਵਿੱਚ ਉੱਥੋਂ ਸਖਰ ਪਖਰ ਪਹੁੰਚ ਗਏ। ਉੱਥੇ ਜਾ ਕੇ ਗੁਰੂ ਜੀ ਨੇ ਨੀਲੇ ਬਸਤਰ ਪਹਿਨੇ, ਕੱਛ ਵਿੱਚ ਇੱਕ ਕਿਤਾਬ ਲੈ ਲਈ, ਸਿਰ ਤੇ ਉੱਚੀ ਟੋਪੀ ਪਾਈ, ਹੱਥ ਵਿੱਚ ਸੋਟਾ ਲੈ ਲਿਆ, ਗਲ ਵਿੱਚ ਜਨੇਊ ਪਾਇਆ ਤੇ ਸੇਲੀ ਪਾਈ, ਮੱਥੇ ਤੇ ਤਿਲਕ ਲਾਇਆ, ਲੋਟਾ ਤੇ ਮੁਸੱਲਾ ਭਾਈ ਬਾਲੇ ਨੂੰ ਫੜਾ ਦਿੱਤਾ। ਕੌਤਕ ਵਰਤਾਉਣ ਵਾਸਤੇ ਗੁਰੂ ਜੀ ਨੇ ਅੱਧਾ ਭੇਖ ਹਾਜੀਆਂ ਵਾਲਾ ਤੇ ਅੱਧਾ ਹਿੰਦੂਆਂ ਦਾ ਧਾਰਿਆ। ਕਿਸੇ ਨੂੰ ਇਹ ਪਤਾ ਨਾ ਲੱਗੇ ਕਿ ਇਹ ਹਿੰਦੂ ਹਨ ਜਾਂ ਮੁਸਲਮਾਨ। ਉੱਥੇ ਬਹੁਤ ਦੇਸ਼ਾਂ ਦੇ ਹਾਜੀ ਇਕੱਠੇ ਹੋਏ ਸਨ। ਉਹਨਾਂ ਨੇ ਉੱਥੇ ਪਾਣੀ ਵਾਲੇ ਜਹਾਜ਼ ਤੇ ਚੜ੍ਹ ਕੇ ਮੱਕੇ ਜਾਣਾ ਸੀ। ਰਾਤ ਗੁਜ਼ਾਰਨ ਵਾਸਤੇ ਉੱਥੇ ਡੇਰਾ ਕੀਤਾ ਸੀ। ਗੁਰੂ ਜੀ ਉਹਨਾਂ ਦੇ ਵਿੱਚ ਚਲੇ ਗਏ। ਭਾਈ ਬਾਲੇ ਨੇ ਮੁਸੱਲਾ ਵਿਛਾ ਦਿੱਤਾ। ਗੁਰੂ ਜੀ ਮੁਸੱਲੇ ਤੇ ਬੈਠ ਗਏ। ਗੁਰੂ ਜੀ ਦਾ ਇਸ ਤਰ੍ਹਾਂ ਦਾ ਭੇਖ ਵੇਖ ਕੇ ਹਾਜੀਆਂ ਨੇ ਈਰਖਾ ਕੀਤੀ। ਗੁਰੂ ਜੀ ਨੂੰ ਕਹਿਣ ਲੱਗੇ, ਤੁਸੀਂ ਕਿਸ ਦੇਸ਼ ਤੋਂ ਆਏ ਹੋ? ਮੁਸਲਮਾਨ ਹੋ ਜਾਂ ਹਿੰਦੂ? ਵੇਸ਼ ਤੁਹਾਡਾ ਹਾਜੀਆਂ ਵਾਲਾ ਹੈ, ਪਰ ਮੱਥੇ ਤੇ ਤਿਲਕ ਲਾਇਆ ਹੈ, ਇਸ ਕਰਕੇ ਤੁਹਾਨੂੰ ਪੁੱਛਦੇ ਹਾਂ। ਗੁਰੂ ਜੀ ਨੇ ਕਿਹਾ, ਅਸੀਂ ਬੇਗਮਪੁਰੇ ਦੇਸ਼ ਤੋਂ ਆਏ ਹਾਂ। ਮੈਂ ਹਿੰਦੂਆਂ ਤੇ ਮੁਸਲਮਾਨਾਂ ਦੋਹਾਂ ਦੀ ਗਵਾਹੀ ਭਰਨ ਵਾਲਾ ਹਾਂ। ਬੰਦਾ ਖੁਦਾ ਦੀ ਬੰਦਗੀ ਕਰਨ ਵਾਸਤੇ ਸੰਸਾਰ ਵਿੱਚ ਆਇਆ ਹੈ, ਪਰ ਦੋਵੇਂ ਹੀ ਕੱਚੀ ਮੱਤ ਵਾਲੇ ਪਰਮੇਸ਼ਰ ਨੂੰ ਛੱਡ ਕੇ ਪੱਖਪਾਤ ਤੇ ਹੰਕਾਰ ਵਿੱਚ ਫਸੇ ਹੋਏ ਹਨ। ਇਸ ਕਰਕੇ ਮਨੁੱਖ ਤੇ ਭੂਤਨਿਆਂ ਤੇ ਪਸ਼ੂਆਂ ਵਰਗੀ ਬਿਰਤੀ ਧਾਰੀ ਹੈ। ਹਾਜੀਆਂ ਨੇ ਕਿਹਾ, ਇਹ ਮਹਾਨ ਬੋਲ ਰਿਹਾ ਹੈ, ਇਹ ਕੋਈ ਮਹਾਨ ਪੀਰ ਹੋਵੇਗਾ। ਗੁਰੂ ਜੀ ਨੂੰ ਤਰਕ ਨਾਲ ਉਹਨਾਂ ਨੇ ਕਿਹਾ, ਇਹ ਜੋ ਤੁਹਾਡੇ ਪਾਸ ਕਿਤਾਬ ਹੈ, ਇਸ ਨੂੰ ਪੜ੍ਹਨਾ ਜਾਣਦੇ ਹੋ ਜਾਂ ਨਹੀਂ? ਇਸ ਵਿੱਚ ਜੋ ਲਿਖਿਆ ਹੈ ਉਸ ਦੇ ਮਾਇਨੇ ਅਰਥ ਦੱਸੋ। ਗੁਰੂ ਜੀ ਨੇ ਕਿਹਾ, ਕਿਤਾਬ ਦਾ ਪੜ੍ਹਨਾ 3 ਪ੍ਰਕਾਰ ਦਾ ਹੈ, ਹੱਡ ਖਾਣਾ, ਗੋਸ਼ਤ ਖਾਣਾ ਤੇ ਮਗਜ ਖਾਣਾ। ਇਸ ਤਰ੍ਹਾਂ ਹੈ। ਇਹਨਾਂ ਦੇ ਲੱਛਣ ਸੁਣੋ। ਜੋ ਪੜ੍ਹ ਕੇ ਸਾਰਿਆਂ ਨੂੰ ਹੁਜਤ ਕਰਨੀ, ਇਹ ਹੱਡ ਖਾਣ ਦੀ ਤਰ੍ਹਾਂ ਹੈ। ਜਿਹੜਾ ਪੜ੍ਹ ਕੇ ਵੱਡਾ ਜਾਂ ਪੂਜਨਿਕ ਬਣਨਾ, ਆਪਣੀ ਸੇਵਾ ਕਰਾਉਣੀ, ਇਹ ਗੋਸ਼ਤ ਖਾਣ ਦੀ ਤਰ੍ਹਾਂ ਹੈ। ਜਿਹੜੇ ਪੜ੍ਹ ਕੇ ਖੁਦਾ ਦਾ ਨਾਮ ਜਪਦੇ ਹਨ, ਸਾਰਿਆਂ ਵਿੱਚ ਖੁਦਾ ਨੂੰ ਹਾਜ਼ਰ ਜਾਣ ਕੇ ਸਾਰਿਆਂ ਦਾ ਭਲਾ ਮੰਗਦੇ ਹਨ, ਇਹ ਪੜ੍ਹਾਈ ਦਾ ਨਾਮ ਮਗਜ ਖਾਣਾ ਹੈ। ਗੁਰੂ ਜੀ ਨੇ ਕਿਹਾ, ਸਾਡਾ ਨਾਮ ਨਾਨਕ ਜਾਣੋ, ਅਸੀਂ ਮੱਕੇ ਨੂੰ ਜਾ ਰਹੇ ਹਾਂ। ਇਸ ਤਰ੍ਹਾਂ ਸੁਣ ਕੇ ਹਾਜੀਆਂ ਨੇ ਵਿਚਾਰ ਕੀਤੀ ਕਿ ਇਹ ਕੋਈ ਚਤੁਰ ਹਿੰਦੂ ਜਾਪਦਾ ਹੈ, ਇਹ ਸਾਡੇ ਨਾਲ ਮੱਕੇ ਨੂੰ ਜਾਣਾ ਚਾਹੁੰਦਾ ਹੈ। ਇਸ ਨੂੰ ਜਵਾਬ ਦੇ ਕੇ ਵੱਖਰਾ ਕਰ ਦਈਏ। ਰਾਤ ਸਾਰਿਆਂ ਨੇ ਉੱਥੇ ਗੁਜ਼ਾਰੀ। ਸਵੇਰੇ ਹਾਜੀ ਜਹਾਜ਼ ਤੇ ਚੜ੍ਹ ਕੇ ਚਲੇ ਗਏ। ਗੁਰੂ ਜੀ ਨੇ ਮਰਦਾਨੇ ਨੂੰ ਕਿਹਾ, ਉੱਥੇ ਹਿੰਦੂ ਨੂੰ ਜਾਣ ਦੀ ਮਨਾਹੀ ਹੈ। ਮਰਦਾਨੇ ਨੇ ਕਿਹਾ, ਆਪ ਜੀ ਨੂੰ 3 ਲੋਕਾਂ ਵਿੱਚ ਰੋਕਣ ਵਾਲਾ ਕੋਈ ਨਹੀਂ ਹੈ। ਕਿਰਪਾ ਕਰਕੇ ਮੈਨੂੰ ਮੱਕੇ ਤੇ ਮਦੀਨਾ ਜ਼ਰੂਰ ਦਿਖਾਓ। ਗੁਰੂ ਜੀ ਨੇ ਕਿਹਾ, ਜੇ ਤੂੰ ਜ਼ਰੂਰ ਵੇਖਣਾ ਚਾਹੁੰਦਾ ਹੈ ਤਾਂ ਕੀਰਤਨ ਕਰ। ਮਰਦਾਨਾ ਜੀ ਖੁਸ਼ ਹੋ ਗਏ ਤੇ ਸ਼ਬਦ ਗਾਉਣ ਲੱਗੇ। ਜਦੋਂ ਸ਼ਬਦ ਦਾ ਭੋਗ ਪਾ ਕੇ ਮੱਥਾ ਟੇਕ ਕੇ ਸਿਰ ਉੱਪਰ ਕੀਤਾ ਤਾਂ ਮੱਕੇ ਸ਼ਹਿਰ ਦੇ ਮੁਨਾਰੇ ਦਿਸਣ ਲੱਗ ਪਏ। ਗੁਰੂ ਜੀ ਨੂੰ ਮਰਦਾਨਾ ਪੁੱਛਣ ਲੱਗਾ, ਇਹ ਅਸਥਾਨ ਕਿਹੜਾ ਹੈ? ਗੁਰੂ ਜੀ ਨੇ ਕਿਹਾ, ਮਰਦਾਨੇ, ਇਹ ਮੱਕਾ ਤੇਰੀ ਜ਼ਿਆਰਤ ਵਾਸਤੇ ਆਇਆ ਹੈ, ਉੱਠ ਕੇ ਵੇਖ ਲੈ। ਇਹ ਸੁਣ ਕੇ ਮਰਦਾਨਾ ਜੀ ਬਹੁਤ ਖੁਸ਼ ਹੋਏ। ਗੁਰੂ ਜੀ ਉੱਥੋਂ ਹੌਲੀ ਹੌਲੀ ਤੁਰ ਪਏ। ਕਾਬੇ ਦੇ 4 ਚੁਫੇਰੇ ਕੰਧ ਕੀਤੀ ਸੀ।
ਗੁਰੂ ਜੀ ਨੇ ਮਰਦਾਨੇ ਨੂੰ ਕਿਹਾ, ਜਿਸ ਨੂੰ ਤੇਰੀ ਵੇਖਣ ਦੀ ਬਹੁਤ ਇੱਛਾ ਹੈ, ਜਾ ਕੇ ਵੇਖ ਲੈ। ਗੁਰੂ ਜੀ ਦਾ ਬਚਨ ਮੰਨ ਕੇ ਮਰਦਾਨਾ ਜੀ ਕਾਬੇ ਨੂੰ ਵੇਖਣ ਗਏ। ਬੂਹੇ ਅੱਗੇ ਮਜੌਰ ਬੈਠੇ ਸਨ। ਉਹ ਮਰਦਾਨੇ ਨੂੰ ਕਹਿਣ ਲੱਗੇ, ਅੱਗੇ ਵੇਖਣ ਦੀ ਆਗਿਆ ਨਹੀਂ ਹੈ। ਜੇ ਤੂੰ ਅੰਦਰ ਜਾਣਾ ਹੈ ਤਾਂ ਤੇਰੀਆਂ ਅੱਖਾਂ ਬੰਨ੍ਹ ਦਿੰਦੇ ਹਾਂ। ਇੱਥੋਂ ਹੀ ਹੱਥ ਜੋੜ ਕੇ ਸਿਰ ਨਿਵਾ ਕੇ ਜਾ। ਉਹਨਾਂ ਤੋਂ ਇਹ ਸੁਣ ਕੇ ਮਰਦਾਨਾ ਜੀ ਗੁਰੂ ਜੀ ਕੋਲ ਆ ਗਏ। ਗੁਰੂ ਜੀ ਨੇ ਕਿਹਾ, ਮਰਦਾਨਿਆ, ਵੇਖ ਆਇਆ ਹੈ? ਮਰਦਾਨੇ ਨੇ ਕਿਹਾ, ਮਜੌਰ ਅੱਖਾਂ ਬੰਨ੍ਹ ਕੇ ਅੰਦਰ ਜਾਣ ਨੂੰ ਕਹਿੰਦੇ ਹਨ, ਵੇਖਣ ਨਹੀਂ ਦਿੰਦੇ। ਮੈਂ ਆਪ ਜੀ ਦੇ ਨਾਲ ਆਇਆ ਹਾਂ। ਵੇਖਣ ਤੋਂ ਬਿਨਾਂ ਚਲਿਆ ਗਿਆ ਤਾਂ ਮੇਰੇ ਮਨ ਵਿੱਚ ਭਰਮ ਰਹੇਗਾ। ਪਤਾ ਨਹੀਂ ਕਿਹੋ ਜਿਹਾ ਸਥਾਨ ਹੈ। ਤੁਰਕ ਇਸ ਨੂੰ ਕਿਉਂ ਪੂਜਦੇ ਹਨ, ਇਸ ਦਾ ਭੇਤ ਨਹੀਂ ਜਾਣਿਆ। ਜੇ ਹੁਣ ਨਾ ਵੇਖ ਸਕਿਆ ਤਾਂ ਫਿਰ ਕਦੋਂ ਵੇਖਾਂਗਾ। ਪ੍ਰਭੂ ਜੀ, ਮੈਨੂੰ ਇਹ ਸਥਾਨ ਵਿਖਾ ਕੇ ਜਾਇਓ। ਗੁਰੂ ਜੀ ਨੇ ਕਿਹਾ, ਜੇ ਤੂੰ ਜ਼ਰੂਰ ਵੇਖਣਾ ਹੈ ਤਾਂ ਹੁਣ ਜਾ ਕੇ ਵੇਖ ਲੈ, ਤੈਨੂੰ ਮਜੌਰ ਨਹੀਂ ਵੇਖਣਗੇ। ਮਰਦਾਨਾ ਜੀ ਖੁਸ਼ ਹੋ ਕੇ ਕਾਬੇ ਅੰਦਰ ਗਏ। ਉਸ ਨੂੰ ਕਿਸੇ ਨੇ ਵੀ ਨਹੀਂ ਰੋਕਿਆ। ਮਰਦਾਨੇ ਨੇ ਕਾਬੇ ਅੰਦਰ ਸਿਰਫ ਇੱਕ ਕਾਲਾ ਪੱਥਰ ਵੇਖਿਆ। ਉਸ ਨੂੰ ਵੇਖ ਕੇ ਮਰਦਾਨਾ ਜੀ ਗੁਰੂ ਜੀ ਕੋਲ ਆ ਗਏ। ਗੁਰੂ ਜੀ ਨੇ ਕਿਹਾ, ਇਸ ਵਾਰੀ ਤੇਰਾ ਮਨੋਰਥ ਪੂਰਾ ਹੋ ਗਿਆ। ਮਰਦਾਨੇ ਨੇ ਕਿਹਾ, ਉੱਥੇ ਇੱਕ ਕਾਲਾ ਪੱਥਰ ਵੇਖਿਆ, ਉਸ ਦਾ ਮੈਨੂੰ ਪ੍ਰਸੰਗ ਦੱਸੋ। ਇਸ ਦੀ ਇਤਨੀ ਮਹਾਨਤਾ ਕਿਉਂ ਹੈ? ਉੱਥੇ ਅੱਖਾਂ ਬੰਦ ਕਰਕੇ ਕਿਉਂ ਜਾਈਦਾ ਹੈ? ਤੁਰਕ ਆਖਦੇ ਹਨ, ਪੱਥਰ ਦੀ ਪੂਜਾ ਨਹੀਂ ਕਰਨੀ। ਇੱਥੇ ਇਸ ਨੂੰ ਸਾਰੇ ਪੂਜਦੇ ਹਨ। ਆਪ ਜੀ ਸਾਰਾ ਕੁਝ ਜਾਣਦੇ ਹੋ, ਕਿਰਪਾ ਕਰਕੇ ਦੱਸੋ। ਗੁਰੂ ਜੀ ਨੇ ਕਿਹਾ, ਇਹ ਆਪਣਾ ਪਾਜ ਲੁਕੋ ਕੇ ਰੱਖਦੇ ਹਨ। ਤੈਨੂੰ ਇਸ ਦਾ ਪ੍ਰਸੰਗ ਦੱਸਦੇ ਹਾਂ। ਇਹ ਸ਼ਿਵਲਿੰਗ ਇੱਥੇ ਬਹੁਤ ਸਮੇਂ ਦਾ ਰੱਖਿਆ ਹੋਇਆ ਹੈ। ਪਹਿਲਾਂ ਇੱਥੇ ਜੰਗਲ ਸੀ, ਕੋਈ ਮੰਦਰ ਨਹੀਂ ਸੀ। ਇਸ ਦੇਸ਼ ਵਿੱਚ ਇੱਕ ਖੁਨਕਾਰ ਨਾਮੇ ਤੁਰਕ ਰਾਜਾ ਹੋਇਆ ਹੈ। ਇਸ ਸ਼ਿਵਲਿੰਗ ਨੂੰ ਵੇਖ ਕੇ ਉਸ ਨੂੰ ਬਹੁਤ ਗੁੱਸਾ ਆਇਆ। ਆਪਣੇ ਸੇਵਕ ਨੂੰ ਆਖ ਕੇ ਸ਼ਿਵਲਿੰਗ ਨੂੰ ਦੂਰ ਛੁਟਵਾ ਦਿੱਤਾ। ਤਾਂ ਉਦੋਂ ਸਾਰੇ ਦੇਸ਼ ਵਿੱਚ ਅੱਗ ਲੱਗ ਗਈ। ਬਹੁਤੇ ਸ਼ਹਿਰ ਸੜ ਗਏ। ਸ਼ਿਵਲਿੰਗ ਦਾ ਇਤਨਾ ਪ੍ਰਤਾਪ ਵੇਖ ਕੇ ਰਾਜੇ ਨੇ ਸ਼ਿਵਲਿੰਗ ਅੱਗੇ ਹੰਕਾਰ ਛੱਡ ਕੇ ਹੱਥ ਜੋੜ ਕੇ ਬੇਨਤੀ ਕੀਤੀ ਤੇ ਮਾਫੀ ਮੰਗੀ। ਜਦੋਂ ਰਾਤ ਨੂੰ ਰਾਜਾ ਸੁੱਤਾ ਪਿਆ ਸੀ ਤਾਂ ਸੁਪਨੇ ਵਿੱਚ ਸ਼ਿਵ ਜੀ ਨੇ ਰਾਜੇ ਨੂੰ ਕਿਹਾ, ਇਸ ਜਗ੍ਹਾ ਮੇਰਾ ਮੰਦਰ ਬਣਾ ਕੇ ਉਸ ਵਿੱਚ ਇਸ ਸ਼ਿਵਲਿੰਗ ਨੂੰ ਟਿਕਾਓ। ਇਸ ਮੰਦਰ ਅੰਦਰ ਅੱਖਾਂ ਬੰਦ ਕਰਕੇ ਅੱਖਾਂ ਮੂੰਦ ਕੇ ਜਾਓ। ਸਾਰੇ ਕਾਰਜ ਸਿੱਧ ਹੋ ਜਾਣਗੇ। ਜੋ ਇਸ ਤਰ੍ਹਾਂ ਅੱਖਾਂ ਬੰਨ ਕੇ ਨਹੀਂ ਜਾਵੇਗਾ ਉਹ ਅੰਨਾ ਹੋ ਜਾਵੇਗਾ। ਜਦੋਂ ਸਵੇਰ ਹੋਈ ਤਾਂ ਰਾਜੇ ਨੇ ਉਸ ਜਗ੍ਹਾ ਮੰਦਰ ਬਣਵਾਇਆ। ਉਦੋਂ ਦਾ ਇਸ ਸ਼ਿਵਲਿੰਗ ਨੂੰ ਇੱਥੇ ਟਿਕਾਇਆ ਹੋਇਆ ਹੈ। ਸ਼ਿਵ ਜੀ ਨੇ ਆਪਣੀ ਸ਼ਕਤੀ ਵਿਖਾ ਕੇ ਇਹ ਅਸਥਾਨ ਬਣਵਾਇਆ। ਗੁਰੂ ਜੀ ਨੇ ਕਿਹਾ, ਅੰਦਰ ਮਜੌਰ ਸ਼ਿਵਲਿੰਗ ਦਾ ਜਦੋਂ ਇਸ਼ਨਾਨ ਕਰਾਉਂਦੇ ਹਨ ਤਾਂ ਉਹ ਜਲ ਬਾਹਰ ਆਉਂਦਾ ਹੈ। ਉਸ ਨੂੰ ਹਾਜੀ ਅੰਮ੍ਰਿਤ ਸਮਝ ਕੇ ਪੀਂਦੇ ਹਨ ਤੇ ਇਸ ਤਰ੍ਹਾਂ ਜਾਣਦੇ ਹਨ ਸਾਡੇ ਸਾਰੇ ਪਾਪ ਮਿਟ ਗਏ ਹਨ। ਮਰਦਾਨੇ ਨੇ ਕਿਹਾ, ਗੁਰੂ ਜੀ, ਮੈਂ ਤਾਂ ਉਸ ਨੂੰ ਵੇਖ ਕੇ ਅੰਨਾ ਨਹੀਂ ਹੋਇਆ। ਇਹ ਵੀ ਮੇਰਾ ਸੰਸਾ ਮਿਟਾਓ। ਤੁਰਕ ਹਿੰਦੂਆਂ ਨੂੰ ਕਾਫਰ ਕਿਉਂ ਕਹਿੰਦੇ ਹਨ ਤੇ ਉਹਨਾਂ ਨੂੰ ਆਪਣੇ ਤੋਂ ਛੋਟਾ ਕਿਉਂ ਜਾਣਦੇ ਹਨ? ਗੁਰੂ ਜੀ ਨੇ ਕਿਹਾ, ਇਹ ਆਪ ਹੀ ਕਾਫਰ ਹਨ, ਹੋਰਨਾਂ ਨੂੰ ਕਾਫਰ ਕਹਿੰਦੇ ਹਨ। ਤੇਰੇ ਤੇ ਕਰਤਾਰ ਦੀ ਕਿਰਪਾ ਹੈ, ਇਸ ਕਰਕੇ ਅੰਨਾ ਨਹੀਂ ਹੋਇਆ। ਇਸ ਤਰ੍ਹਾਂ ਦਿਨ ਬੀਤ ਗਿਆ। ਰਾਤ ਨੂੰ ਗੁਰੂ ਜੀ ਕਾਬੇ ਵੱਲ ਪੈਰ ਕਰਕੇ ਲੰਮੇ ਪੈ ਗਏ। ਜਦੋਂ ਅੰਮ੍ਰਿਤ ਵੇਲਾ ਹੋਇਆ ਤਾਂ ਇੱਕ ਜੀਵਨ ਨਾਮੇ ਮੁੱਲਾ ਝਾੜੂ ਫੇਰਨ ਵਾਸਤੇ ਆਇਆ। ਉਸਨੇ ਗੁਰੂ ਜੀ ਨੂੰ ਬੜੇ ਗੁੱਸੇ ਨਾਲ ਲੱਤ ਮਾਰੀ ਤੇ ਖੋਟੇ ਬਚਨ ਬੋਲੇ ਤੇ ਕਹਿਣ ਲੱਗਾ, ਤੂੰ ਕਿੱਥੋਂ ਆਇਆ ਹੈ? ਤੇਰੀ ਮੱਤ ਅਣਜਾਣ ਹੈ। ਤੂੰ ਰਸੂਲ ਦੇ ਮੰਦਰ ਵੱਲ ਪੈਰ ਕੀਤੇ ਹਨ। ਤੈਨੂੰ ਕੋਈ ਸ਼ਰਮ ਨਹੀਂ? ਤੂੰ ਹਿੰਦੂ ਹੈ ਕਿ ਮੁਸਲਮਾਨ? ਇੱਥੋਂ ਨਿਕਲ ਜਾ। ਗੁਰੂ ਜੀ ਨੇ ਜੀਵਨ ਨੂੰ ਕਿਹਾ, ਮੈਂ ਪੈਂਡਾ ਕਰਕੇ ਥੱਕਿਆ ਹਾਂ। ਮੈਨੂੰ ਕੋਈ ਖਬਰ ਨਹੀਂ ਕਿੱਧਰ ਪੈਰ ਕਰਨੇ ਹਨ। ਜਿਸ ਪਾਸੇ ਖੁਦਾ ਦਾ ਘਰ ਨਹੀਂ ਹੈ
ਉਸ ਪਾਸੇ ਸਾਡੇ ਪੈਰ ਫੜ ਕੇ ਕਰ ਦੇ। ਇਹ ਸੁਣ ਕੇ ਜੀਵਨ ਨੇ ਗੁਰੂ ਜੀ ਦੇ ਚਰਨ ਫੜ ਕੇ ਜ਼ੋਰ ਨਾਲ ਘਸੀਟ ਕੇ ਦੂਜੇ ਪਾਸੇ ਕਰ ਦਿੱਤੇ। ਕਾਬਾ ਵੀ ਗੁਰੂ ਜੀ ਦੇ ਚਰਨਾਂ ਨਾਲ ਹੀ ਦੂਜੇ ਪਾਸੇ ਫਿਰ ਗਿਆ। ਜਿੱਧਰ ਜੀਵਨ ਗੁਰੂ ਜੀ ਦੇ ਚਰਨ ਕਰੇ ਉਧਰ ਉਧਰ ਹੀ ਕਾਬਾ ਫਿਰ ਜਾਵੇ। ਇਸ ਤਰ੍ਹਾਂ ਵੇਖ ਕੇ ਜੀਵਨ ਖਲੋ ਗਿਆ ਤੇ ਕਾਬਾ ਵੀ ਗੁਰੂ ਜੀ ਦੇ ਚਰਨਾਂ ਦੇ ਸਾਹਮਣੇ ਖਲੋ ਗਿਆ। ਜਦੋਂ ਕਾਬਾ ਗੁਰੂ ਜੀ ਦੇ ਚਰਨਾਂ ਨਾਲ ਫਿਰਿਆ ਤਾਂ ਉਸ ਵਿੱਚ ਤਰੇੜ ਪੈ ਗਈ, ਜੋ ਹੁਣ ਵੀ ਨਿਸ਼ਾਨੀ ਮੌਜੂਦ ਹੈ। ਉਹ ਤਰੇੜ ਕਿਸੇ ਯਤਨ ਨਾਲ ਵੀ ਹੁਣ ਤੱਕ ਨਹੀਂ ਮਿਟੀ। ਜੀਵਨ ਨੇ ਕਿਹਾ, ਮੈਂ ਤੇਰਾ ਸਾਰਾ ਭੇਦ ਜਾਣ ਲਿਆ ਹੈ। ਤੂੰ ਹਿੰਦੂ ਹੈ, ਇੱਥੇ ਕਿਸ ਵਾਸਤੇ ਆਇਆ ਹੈ? ਜਦੋਂ ਸਵੇਰ ਹੋਈ ਤਾਂ ਬਹੁਤ ਸਾਰੇ ਮੁੱਲਾਂ ਆਏ। ਉਹਨਾਂ ਕਾਬੇ ਨੂੰ ਹੋਰ ਸਥਾਨ ਤੇ ਖਲੋਤਾ ਵੇਖਿਆ ਤਾਂ ਸਾਰੇ ਅਚਰਜ ਹੋ ਗਏ। ਪੁੱਛਣ ਲੱਗੇ, ਇਹ ਕੀ ਕਾਰਨ ਹੋਇਆ? ਜੀਵਨ ਨੇ ਕਿਹਾ, ਰਾਤ ਨੂੰ ਇੱਕ ਕਾਫਰ ਕਾਬੇ ਵੱਲ ਪੈਰ ਕਰਕੇ ਸੁੱਤਾ ਸੀ। ਮੈਂ ਉਸ ਨੂੰ ਬਹੁਤ ਵਾਰੀ ਕਿਹਾ ਪਰ ਉਸ ਨੇ ਮੇਰਾ ਕਿਹਾ ਨਹੀਂ ਮੰਨਿਆ। ਤਾਂ ਮੈਂ ਉਸ ਦੇ ਦੋਵੇਂ ਪੈਰ ਘੜੀਸ ਕੇ ਦੂਜੇ ਪਾਸੇ ਕੀਤੇ ਤਾਂ ਕਾਬੇ ਨੂੰ ਵੀ ਉਸੇ ਪਾਸੇ ਵੱਲ ਖਲੋਤਾ ਵੇਖਿਆ। ਉਸ ਨੇ ਜੰਤਰ ਮੰਤਰ ਕੀਤੇ ਹਨ। ਉਹ ਸ਼ਕਤੀ ਵਿੱਚ ਵੱਡਾ ਹੈ। ਉਸ ਦੀ ਮੈਨੂੰ ਕੋਈ ਖਬਰ ਨਹੀਂ ਹੈ। ਉਹ ਹਿੰਦੂ ਹੈ ਜਾਂ ਮੁਸਲਮਾਨ, ਜਾਣਿਆ ਨਹੀਂ ਜਾਂਦਾ। ਚੱਲ ਕੇ ਉਸ ਨੂੰ ਵੇਖੋ। ਇਹ ਸੁਣ ਕੇ ਉਹ ਅਚਰਜ ਹੋਏ ਤੇ ਆ ਕੇ ਗੁਰੂ ਜੀ ਦੇ ਚੁਫੇਰੇ ਬੈਠ ਗਏ। ਪੁੱਛਣ ਲੱਗੇ, ਤੁਸੀਂ ਹਿੰਦੂ ਹੋ ਜਾਂ ਮੁਸਲਮਾਨ? ਕਾਬੇ ਵੱਲ ਪੈਰ ਕਰਨ ਦੀ ਕੀ ਰੀਤੀ ਮੁਸਲਮਾਨਾਂ ਦੀ ਨਹੀਂ ਹੈ? ਕਾਜੀ ਰੁਕਮਦੀਨ ਕਹਿਣ ਲੱਗਾ, ਤੁਸੀਂ ਪੈਗੰਬਰ ਜਾਂ ਖੁਦਾ ਨੂੰ ਮੰਨਦੇ ਹੋ ਕਿ ਨਹੀਂ? ਗੁਰੂ ਜੀ ਨੇ ਕਿਹਾ, ਖੁਦਾ ਦੇ ਦਰਬਾਰ ਵਿੱਚ ਅਨੇਕਾਂ ਹੀ ਪੈਗੰਬਰ ਤੇ ਪੀਰ ਆਦਿਕ ਹੱਥ ਜੋੜ ਕੇ ਖੜੇ ਹਨ, ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਹੈ। ਜਿਨ੍ਹਾਂ ਨੇ ਖੁਦਾ ਨੂੰ ਵਿਸਾਰ ਦਿੱਤਾ ਹੈ, ਉਹਨਾਂ ਨੂੰ ਅਸੀਂ ਖੁਦਾ ਦਾ ਰਸਤਾ ਵਿਖਾਉਣ ਆਏ ਹਾਂ। ਤੁਸੀਂ ਸਾਰੇ ਹੀ ਪੈਗੰਬਰਾਂ ਦੇ ਦੱਸੇ ਹੋਏ ਰਸਤੇ ਨੂੰ ਭੁੱਲ ਗਏ ਹੋ। ਤੁਸੀਂ ਹਿਰਦੇ ਵਿੱਚ ਪੱਖਵਾਦ ਧਾਰਨ ਕੀਤਾ ਹੈ। ਹੁਣ ਤੁਹਾਨੂੰ ਚੰਗਾ ਰਸਤਾ ਦੱਸਦੇ ਹਾਂ। ਜੇ ਨਹੀਂ ਮੰਨੋਗੇ ਤਾਂ ਨਰਕਾਂ ਨੂੰ ਜਾਓਗੇ। ਕਾਜੀ ਗੁਰੂ ਜੀ ਨੂੰ ਪੁੱਛਣ ਲੱਗੇ, ਹਿੰਦੂ ਵੱਡਾ ਹੈ ਕਿ ਮੁਸਲਮਾਨ? ਸਾਨੂੰ ਦੱਸੋ। ਤੁਸੀਂ ਇੱਥੇ ਬਹੁਤ ਵੱਡੀ ਕਰਮਾਤ ਵਿਖਾਈ ਹੈ। ਅੱਗੇ ਇਹੋ ਜਿਹੀ ਕਰਮਾਤ ਕਿਸੇ ਨੇ ਨਹੀਂ ਵਿਖਾਈ। ਤੁਹਾਡੇ ਚਰਨਾਂ ਨਾਲ ਕਾਬਾ ਫਿਰ ਗਿਆ ਹੈ। ਤੁਸੀਂ ਪੀਰਾਂ ਦੇ ਪੀਰ ਹੋ। ਗੁਰੂ ਜੀ ਨੇ ਕਿਹਾ, ਸਾਰੇ ਹੀ ਪੰਜਾਂ ਤੱਤਾਂ ਦੇ ਸਰੀਰ ਹਨ। ਸਾਰਿਆਂ ਦੀ ਕਿਰਿਆ ਵੀ ਇੱਕੋ ਜਿਹੀ ਹੈ। ਮੂਰਖ ਲੋਕ ਈਰਖਾ ਧਾਰ ਕੇ ਝਗੜਦੇ ਰਹਿੰਦੇ ਹਨ। ਖੁਦਾ ਦੇ ਨਾਮ ਵਿੱਚ ਕਿਸੇ ਨੇ ਮਨ ਵਿੱਚ ਨਹੀਂ ਜੋੜਿਆ। ਜਿਸ ਦਾ ਨਾਮ ਜਪ ਕੇ ਸੰਸਾਰ ਤੋਂ ਉਧਰ ਜਾਈਦਾ ਹੈ, ਚੰਗੇ ਗੁਣਾਂ ਤੋਂ ਬਗੈਰ ਦੋਵੇਂ ਨਰਕਾਂ ਨੂੰ ਜਾਣਗੇ। ਕੁਟੰਬ ਤੇ ਧਨ ਵਾਸਤੇ ਜੋ ਵੀ ਕਰਮ ਕੀਤੇ ਹਨ, ਉਹ ਨਰਕਾਂ ਦੇ ਹੀ ਮਿੱਤਰ ਹਨ। ਜਦੋਂ ਤੱਕ ਸਰੀਰ ਹੈ, ਉਦੋਂ ਤੱਕ ਹੀ ਸੰਸਾਰੀ ਲੋਕਾਂ ਦੀ ਪ੍ਰੀਤੀ ਹੈ। ਬਾਅਦ ਵਿੱਚ ਕੋਈ ਮਿੱਤਰ ਨਹੀਂ ਹੁੰਦਾ। ਤੀਸਰਾ ਮਿੱਤਰ ਕਰਮ ਹੈ, ਜੋ ਸਦਾ ਹੀ ਸੰਗੀ ਹੈ। ਇਸ ਕਰਕੇ ਪੱਖਵਾਦ ਛੱਡ ਕੇ ਇੱਕ ਪਰਮੇਸ਼ਰ ਨੂੰ ਮਿੱਤਰ ਜਾਣੋ। ਰਾਮ, ਰਹੀਮ, ਅੱਲਾਹ, ਖੁਦਾ ਸਾਰੇ ਇੱਕੋ ਹੀ ਰੱਬ ਦੇ ਨਾਮ ਹਨ। ਨਾਮ ਜਪਣ ਤੋਂ ਬਗੈਰ ਸਾਰੇ ਹੀ ਨਰਕਾਂ ਦੇ ਦੁੱਖ ਵਿੱਚ ਪੈ ਕੇ ਦੁੱਖ ਪਾਉਣਗੇ। ਗੁਰੂ ਜੀ ਦੇ ਬਚਨ ਸੁਣ ਕੇ ਸਾਰੇ ਹੀ ਚਰਨੀ ਪੈ ਗਏ। ਖੁਦਾ ਦਾ ਰੂਪ ਜਾਣ ਕੇ ਪ੍ਰੇਮ ਨਾਲ ਗੁਰੂ ਜੀ ਦੀ ਸੇਵਾ ਕਰਨ ਲੱਗ ਪਏ। ਗੁਰੂ ਜੀ ਉੱਥੇ ਬਹੁਤ ਸਮਾਂ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਸ਼ਨ ਪਹਿਲਾ, ਮੱਕਾ ਕਿੱਥੇ ਹੈ? ਦੂਸਰਾ ਪ੍ਰਸ਼ਨ, ਗੁਰੂ ਜੀ ਨੇ ਹਾਜੀਆਂ ਨੂੰ ਕਿਤਾਬ ਦਾ ਪੜ੍ਹਨਾ ਕਿਤਨੇ ਪ੍ਰਕਾਰ ਦਾ ਦੱਸਿਆ? ਤੀਸਰਾ ਪ੍ਰਸ਼ਨ, ਜਦੋਂ ਮਰਦਾਨਾ ਜੀ ਕਾਬੇ ਵਿੱਚ ਗਏ ਤਾਂ ਉੱਥੇ ਕੀ ਵੇਖਿਆ? ਚੌਥਾ ਪ੍ਰਸ਼ਨ, ਜੀਵਨ ਨਾਮੇ ਕਾਜੀ ਨੇ ਗੁਰੂ ਜੀ ਨਾਲ ਕਿਹੋ ਜਿਹਾ ਸਲੂਕ ਕੀਤਾ ਤੇ ਉਸ ਦਾ ਕੀ ਫਲ ਨਿਕਲਿਆ? ਪੰਜਵਾਂ ਪ੍ਰਸ਼ਨ, ਖੁਨਕਾਰ ਨਾਮੇ ਬਾਦਸ਼ਾਹ ਨੇ ਸ਼ਿਵਲਿੰਗ ਨੂੰ ਕੀ ਕਰਵਾਇਆ ਤੇ ਉਸ ਦਾ ਕੀ ਫਲ ਨਿਕਲਿਆ? ਛੇਵਾਂ ਪ੍ਰਸ਼ਨ, ਸ਼ਿਵ ਜੀ ਨੇ ਸੁਪਨੇ ਵਿੱਚ ਬਾਦਸ਼ਾਹ ਖੁਨਕਾਰ ਨੂੰ ਕੀ ਕਿਹਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।